उमेश शर्मा ने साडे नाल ज़्यादा गलबात दे लई। उमेश, जेकर गल कीती जावे तां किस तरह के खदशे जाहिर किए जा रहे हैं? यह बेहद अहम है जेकर इस सारे मामले की गल की जाए तो। बिल्कुल गुरजोत, जिस हिसाब नाल आधी रात ਨੂੰ ਹਾਈ ਕੋਰਟ ਖੁੱਲਿਆ ਔਰ ਮੋਹਾਲੀ ਕੋਰਟ ਤੋਂ ਜਦੋਂ ਅਰੈਸਟ ਵਾਰੰਟ ਇਸ਼ੂ ਹੋਇਆ ਤਜਿੰਦਰ ਬੱਗਾ ਦੇ ਖਿਲਾਫ ਤਾਂ ਤਜਿੰਦਰ ਬੱਗਾ ਦੇ ਵਕੀਲ ਆधी ਰਾਤ ਹਾਈ ਕੋਰਟ ਪਹੁੰਚੇ ਪੰਜਾਬ ਹਰਿਆਣਾ ਹਾਈ ਕੋਰਟ ਔਰ ਉਹਦੇ ਵਿੱਚ ਸੁਣਵਾਈ ਦਾ ਦੌਰ ਚੱਲਿਆ ਔਰ ਕਈ ਇਹੋ ਜਿਹੇ ਦੇਸ਼ ਵਿੱਚ ਮਸਲੇ ਆਏ ਜਦੋਂ ਕੋਰਟ ਦਾ ਦਰਵਾਜ਼ਾ ਖਟਖਟਾਇਆ ਗਿਆ ਲੇਕਿਨ ਇੱਕ ਅਰੈਸਟ ਵਾਰੰਟ ਨੂੰ ਲੈ ਕੇ ਜਦੋਂ ਇਹ ਹਾਈ ਕੋਰਟ ਵਿੱਚ ਪਟੀਸ਼ਨ ਆਈ ਉਹਨਾਂ ਦੀ ਐਪਲੀਕੇਸ਼ਨ ਆਈ ਔਰ ਪੰਜਾਬ ਦੇ ਐਡਵੋਕੇਟ ਜਨਰਲ ਡਾਕਟਰ ਅਨਮੋਲ ਰਤਨ ਸਿੱਧੂ ਵੀ ਰਾਤ ਨੂੰ ਪੇਸ਼ ਹੋਏ ਔਰ ਆਪਣੀ ਦਲੀਲਾਂ ਰੱਖੀਆਂ। ਮੰਗਲਵਾਰ ਤੱਕ ਤਜਿੰਦਰ ਬੱਗਾ ਨੂੰ ਪੰਜਾਬ ਸਰਕਾਰ ਦੀ ਅੰਡਰਟੇਕਿੰਗ ਯਾਨੀ ਕਿ ਡਾਕਟਰ ਅਨਮੋਲ ਰਤਨ ਸਿੱਧੂ ਐਡਵੋਕੇਟ ਜਨਰਲ ਉਹਨਾਂ ਦੀ ਅੰਡਰਟੇਕਿੰਗ ਤੇ ਮੰਗਲਵਾਰ ਤੱਕ ਦੀ ਰਾਹਤ ਕਹਿ ਸਕਦੇ ਹਾਂ। ਸਾਡੇ ਨਾਲ ਖੁਦ ਇਸ ਟਾਈਮ ਲਾਈਵ ਜੁੜੇ ਹੋਏ ਨੇ ਐਕਸਕਲੂਸਿਵ ਡਾਕਟਰ ਅਨਮੋਲ ਰਤਨ ਸਿੱਧੂ ਪੰਜਾਬ ਦੇ ਐਡਵੋਕੇਟ ਜਨਰਲ ਤੇ ਉਹਨਾਂ ਦੀ ਟੀਮ। ਡਾਕਟਰ ਸਾਹਿਬ, ਪਹਿਲਾਂ ਤਾਂ ਮੈਂ ਗੱਲ ਇਹ ਜਾਣਨੀ ਚਾਹਾਂਗਾ ਜਿਹੜਾ ਵਰਡ ਸਟੇ ਵਰਡ ਹੋ ਰਿਹਾ ਕਿ ਇਹ ਸਟੇ ਹੈ, ਤੁਸੀਂ ਕਿਉਂਕਿ ਕਿਹਾ ਕਿ ਅੰਡਰਟੇਕਿੰਗ ਸਾਡੀ ਸੀਗੀ। ਦੇਖੋ, ਰਾਤ ਨੂੰ ਜਦੋਂ ਸਾਨੂੰ ਪਹਿਲੇ ਤਾਂ ਸਾਨੂੰ ਕੋਈ ਕਾਪੀ ਨਹੀਂ ਮਿਲੀ ਬਟ ਵੀ ਗॉट ਦੀ ਇਨਫੋਰਮੇਸ਼ਨ ਸਾਨੂੰ ਮਿਲੀ ਕਿਸੇ ਤਰੀਕੇ। ਅਸੀਂ ਜੱਜ ਸਾਹਿਬ ਦੇ ਪਹੁੰਚੇ ਤਾਂ ਉੱਥੇ ਅਸੀਂ ਜਾ ਕੇ ਆਬਜੈਕਸ਼ਨ ਕੀਤੀ ਵੀ ਨਾ ਤਾਂ ਸਾਨੂੰ ਕੋਈ ਕਾਪੀ ਮਿਲੀ ਐਂਡ ਐਟ ਦੀ ਆਡ ਆਰ NBW ਮਤਲਬ ਇਸ ਟਾਈਮ ਇਹਨੂੰ ਮੈਰਿਟ 'ਤੇ ਵੀ ਕੰਸੀਡਰ ਕਰਨਾ ਇਹ ਇੱਕ ਰਵਾਇਤ ਬਣ ਜਾਏਗੀ ਜੁਡੀਸ਼ੀਅਲ ਸਿਸਟਮ ਦੇ ਵਿੱਚ। ਇਹਦੇ 'ਚ ਕੋਈ ਅਰਜੈਂਸੀ ਹੈ ਨਹੀਂ। ਇਹਦੀ ਐਪਲੀਕੇਸ਼ਨ ਪਹਿਲੇ ਵੀ ਪਈ ਹੈ, ਕੁਐਸ਼ਨ ਦੀ ਐਪਲੀਕੇਸ਼ਨ ਪਈ ਹੈ। ਐਂਟੀਸਪੇਟਰੀ ਬੇਲ ਅਕਿਊਜ਼ ਨੇ ਹਜੇ ਤੱਕ ਫਾਈਲ ਨਹੀਂ ਕੀਤੀ। ਅਸੀਂ 5 ਨੋਟਿਸਿਸ ਦਿੱਤੇ, 5 ਨੋਟਿਸਿਸ ਦੇ ਵਿੱਚ ਉਹਨੇ ਰਿਸਪੌਂਡ ਨਹੀਂ ਕੀਤਾ। ਅਲਟੀਮੇਟਲੀ ਅਸੀਂ ਉਹਨੂੰ ਅਰੈਸਟ ਕਰਨ ਗਏ ਤਾਂ ਦ ਵੇ ਇਨ ਵਿਚ ਦਿਸ ਹੋਲ ਆਰ ਅਰੈਸਟ ਹੈਜ਼ ਬੀਨ ਮੈਨੀਪੂਲੇਟਡ ਬਾਈ ਦੀ ਹਰਿਆਣਾ ਸਟੇਟ ਆਲਸੋ ਐਂਡ ਦਿੱਲੀ ਐਡਮਿਨਿਸਟ੍ਰੇਸ਼ਨ ਆਲਸੋ ਦੈਟ ਇਜ਼ ਹਾਈਲੀ ਡੈਪਲੋਰੇਬਲ। ਵਾਕਈ ਕ੍ਰਿਟਿਸਿਜ਼ਮ ਦੇ ਯੋਗ ਹੈ। ਫਿਰ ਅਸੀਂ ਫਿਰ ਵੀ ਪ੍ਰੋਪਰ ਪ੍ਰੋਸੀਜਰ ਕੋਰਟ ਦੇ ਵਿੱਚ ਹੋਰ ਅਡਾਪਟ ਕੀਤਾ ਤੇ ਕੋਰਟ ਨੂੰ ਵੀ ਦੱਸਿਆ, ਮੋਹਾਲੀ ਕੋਰਟ ਨੂੰ ਵੀ, ਦੇਖੋ ਇਹ 5 ਨੋਟਿਸ ਦੇ ਬਾਵਜੂਦ ਨਹੀਂ ਆਇਆ NBWs ਦਿੱਤੇ ਜਾਣ। ਸੀਰੀਅਸ ਅਫੈਂਸਿਸ ਹੈ। FIR April 1 ਦੀ FIR ਹੈ ਤਾਂ ਸਾਨੂੰ NBWs ਦਿੱਤੇ ਗਏ। ਰਾਤ ਨੂੰ ਸਾਨੂੰ ਉਹ NBWs ਦੀ ਆਦੇ ਜੀ ਹੀਅਰਿੰਗ ਹੋਣੀ ਹੈ ਤਾਂ ਅਸੀਂ ਕੋਰਟ ਨੂੰ ਇਮੀਡੀਏਟਲੀ ਆਬਜੈਕਸ਼ਨ ਕੀਤੀ ਵੀ ਬਈ ਇਹਦੀ ਕੀ ਅਰਜੈਂਸੀ ਹੈ। ਸਾਡੀਆਂ ਸਬਮਿਸ਼ਨਸ ਕੀਤੀਆਂ। ਮੈਂ ਕਿਹਾ ਚਲੋ ਫਿਰ ਵੀ ਜੇ ਕਹਿੰਦੇ ਹੈ ਅਸੀਂ ਰਾਦਰ ਇਟ ਇਜ਼ ਨਾਟ ਲਾਈਕ ਏ ਸਟੇ, ਇਟ ਇਜ਼ ਲਾਈਕ ਏ ਕੰਸੈਸ਼ਨ ਆਫਰਡ ਬਾਈ ਅਸ ਕਿ ਚਲੋ ਅਸੀਂ ਕਹਿੰਦੇ ਹਾਂ ਵੀ ਕੋਈ ਗੱਲ ਨਹੀਂ ਕਿ ਇਹ ਮੰਗਲਵਾਰ 10 ਤਰੀਕ ਆਈ ਲਓ, ਅਸੀਂ ਤੇ 10 ਤਰੀਕ ਤੱਕ ਅਸੀਂ ਆਪ ਖੁਦ ਕਹਿ ਰਹੇ ਵੀ ਅਸੀਂ ਇਸ ਨੂੰ ਅਰੈਸਟ ਨਹੀਂ ਕਰਦੇ, ਇੱਕ ਟਾਈਮ ਐਗਜ਼ੀਕਿਊਟ ਨਹੀਂ ਕਰਦੇ। ਇਹ ਟਾਈਮ 11 ਵਜੇ ਦਾ ਜਿਹੜਾ ਸੈੱਟ ਉਹਦੇ ਵਰਡ ਲਈ ਵੀ ਲਿਖਿਆ ਗਿਆ ਆਰਡਰ ਦੀ, ਕਿਉਂਕਿ ਕਾਗਜ਼ ਤੁਹਾਡੇ ਕੋਲ ਨੇ। ਇਹ 11 ਵਜੇ ਤੱਕ ਤਾਂ ਕੋਰਟ ਫਿਰ ਪੰਜਾਬ ਹਰਿਆਣਾ ਕੋਰਟ 'ਚ ਕੇਸ ਕਿੰਨੇ ਵਜੇ ਹੈ? ਤਕਰੀਬਨ ਕਈ ਵਾਰ ਮੈਂਸ਼ਨਿੰਗ ਵੀ ਹੋ ਜਾਂਦੀ ਹੈ ਤਾਂ ਮਤਲਬ ਕੋਈ ਸਾਨੂੰ ਇਹ ਨਹੀਂ ਵੀ ਜੇ 11 ਦੀ ਬਜਾਏ ਜੇ ਕੋਰਟ ਨੇ ਕੇਸ 12 ਵਜੇ ਲੈ ਲਿਆ ਜਾਂ 1 ਵਜੇ ਲੈ ਲਿਆ ਅਸੀਂ ਇਹਨੂੰ 11 ਵਜੇ ਤੋਂ ਹੀ ਇਹਨੂੰ ਅਸੀਂ ਵੀ ਫੋਲੋ ਦੀ ਪ੍ਰੋਸੀਜਰ ਆਫ ਦੀ ਲਾਅ ਆਲਸੋ ਐਂਡ ਵੀ ਟੇਕ ਇਨਟੂ ਦੀ ਕੰਸੀਡਰੇਸ਼ਨ ਆਫ ਦੀ ਆਬਜ਼ਰਵੇਸ਼ਨਸ made before the court also and observation of the court also and observation of the counsel for the petitioner also। ਸੇ ਬੜਾ ਸਾਡਾ ਸਟੇਟ ਦਾ ਬੜਾ ਕਲੀਨ ਟਰਾਂਸਪੇਰੈਂਟ ਸਿਸਟਮ ਹੈ, ਉਹਨੂੰ ਅਸੀਂ ਅਡਾਪਟ ਕਰਾਂਗੇ। ਕੋਈ ਇਹੋ ਜਿਹੀ ਗੱਲ ਨਹੀਂ। ਜੇ 11 ਦੀ ਜਗ੍ਹਾ ਜੇ ਹੀਅਰਿੰਗ ਹੋ ਰਹੀ ਹੈ 12 ਵੀ ਵੱਜਦੇ 1 ਵੀ ਵੱਜਦੇ, ਇਟ ਡਜ਼ ਨਾਟ ਮੀਨ ਕਿ ਅਸੀਂ ਵਿਲ try to exploit the wording between the lines which has been offered at our concession। ਇਹ ਤੁਸੀਂ ਇਹ ਕਹਿ ਰਹੇ ਹੋ ਕਿ ਤੁਹਾਡੇ ਜਦ ਤੁਸੀਂ ਕਿਹਾ ਕੋਰਟ ਨੂੰ ਕਿ ਠੀਕ ਹੈ ਜੀ ਅਸੀਂ ਮੰਗਲਵਾਰ ਤੱਕ ਅਰੈਸਟ ਨਹੀਂ ਕਰਾਂਗੇ। ਹਾਂਜੀ, ਬਿਲਕੁਲ ਬਿਲਕੁਲ ਮੇਰੀ ਇਹ ਸਟੇਟਮੈਂਟ ਤੇ ਗੱਲ ਕਹੀ ਹੈ ਮੈਂ। ਤੁਸੀਂ ਕਾਗਜ਼ ਲੈ ਕੇ ਕੁਝ ਬੈਠੇ ਹੋਏ, ਇਹ ਕਿਹੜੇ? ਇਹ ਉਹੀ ਆਰਡਰ ਹੈ। ਆਹ ਦੇਖ ਲਓ, ਅਸੀਂ ਤਾਂ ਬੜੀ ਅੱਛੇ ਤਰੀਕੇ ਸਾਰੀ ਗੱਲ ਕੋਰਟ ਦੇ ਸਾਹਮਣੇ ਦੱਸੀ ਵੀ ਇਹਨੂੰ ਇਸ ਗੱਲ ਨੂੰ ਐਪਰੀਸ਼ੀਏਟ ਕਰੋ। ਲਰਨਡ ਐਡਵੋਕੇਟ ਜਨਰਲ ਪੰਜਾਬ ਹੈਜ਼ ਟੇਕਨ ਏ ਸਟਰੋਂਗ ਆਬਜੈਕਸ਼ਨ ਟੂ ਦਾ ਮੈਟਰ ਬੀਇੰਗ ਟੇਕਨ ਅਪ ਐਟ ਮਿਡਨਾਈਟ। ਇਹ ਤੇ ਪੰਜਾਬੀ ਚ ਆਪਾਂ ਕਿਉਂਕਿ ਕਨਵਰਟ ਇਹ ਵੀ ਤੁਸੀਂ ਰਾਤ ਨੂੰ ਅੱਧੀ ਰਾਤ ਨੂੰ ਇਸ ਟਾਈਮ ਇਹ ਮੈਟਰ ਨੂੰ ਲੈ ਰਹੇ ਹੋ, ਇਹਦੀ ਮੈਨੂੰ ਬੜੀ ਸਟਰੋਂਗ ਆਬਜੈਕਸ਼ਨ ਹੈ। ਮੈਨੂੰ ਸੀਰੀਅਸਲੀ ਆਬਜੈਕਟ ਕਰਦਾ ਸੇਇੰਗ ਦੈਟ ਦਾ ਮੈਟਰ ਵਾਜ਼ ਨੈਵਰ ਦੈਟ ਮਚ ਅਰਜੈਂਟ। ਇਹ ਇੰਨੀ ਜ਼ਰੂਰੀ ਅਰਜੈਂਸੀ ਨਹੀਂ ਸੀ। ਹੀ ਇਜ਼ ਅਕਿਊਜ਼ਡ ਅੰਡਰ ਦੀ FIR। He has further submitted that the main petition was filed way back 6 April 2022। None stopped the petitioner from filing an application under 438। 430 ਮਤਲਬ ਐਂਟੀਸਪੇਟਰੀ ਬੇਲ ਦੇ ਬਾਰੇ, ਮਤਲਬ ਉਹਨੂੰ ਕਿਨੇ ਰੋਕਿਆ ਨਹੀਂ ਵੀ ਉਹਨੇ ਕੋਈ ਆਪਦਾ ਜਿਹੜੀ ਕੁਐਸ਼ਨ ਦੀ ਪਟੀਸ਼ਨ ਹੈ ਸਿੱਧੀ ਚੱਕ ਕੇ ਐਟ ਦੀ ਇਨਵੈਸਟੀਗੇਸ਼ਨ ਸਟੇਜ ਤੇ ਫਾਈਲ ਕੀਤੀ, ਉਹਦੇ 'ਚ ਕੋਈ ਸਟੇ ਨਹੀਂ ਹੈ, ਕੋਈ ਪ੍ਰੋਸੀਡਿੰਗ ਸਟੇ ਨਹੀਂ, ਕੋਈ ਐਂਟੀਸਪੇਟਰੀ ਬੇਲ ਕਿਸੇ ਸੈਸ਼ਨ ਕੋਰਟ 'ਚ ਪਾਈ ਹੋਵੇ, ਹਾਈ ਕੋਰਟ 'ਚ ਪਾਈ ਹੋਵੇ, ਨਾਟ ਐਟ ਆਲ।
ਅਸੀਂ ਪ੍ਰੋਸੀਜਰ ਫੋਲੋ ਕਰ ਰਹੇ ਹਾਂ, ਸਾਡੇ ਪ੍ਰੋਸੀਜਰ ਨੂੰ ਫਲਾਊਟ ਕੀਤਾ ਜਾ ਰਿਹਾ ਬਾਈ ਦੀ ਕਲੀਅਰ ਇੰਟਰਫੇਰੈਂਸ ਇਨ ਦੀ ਐਡਮਿਨਿਸਟ੍ਰੇਸ਼ਨ ਆਫ ਆਰ ਸਿਸਟਮ। ਉਦੋਂ ਬਾਅਦ ਦੇਖੋ ਫਰਦਰ ਕੰਟੈਂਟਡ that by filing an application for stay of arrest of warrant and requesting matter to be heard at such an odd time, मतलब टोटल कोर्ट ਦੇ ਟਾਈਮਿੰਗ ਤੋਂ ਬਿਨਾ, although ਕੋਰਟਾਂ ਹਮੇਸ਼ਾ ਮਤਲਬ ਦੀ ਡਿਸਕਸ਼ਨ ਆਫ ਦੀ ਕੋਰਟਸ ਬਟ ਫੈਕਟਸ ਆਰ to be appreciated and seen by the courts itself. The petitioner is tainting the judicial system and it should not be permitted. ਕੋਰਟ ਦੇ ਅੱਗੇ ਅਸੀਂ ਦਲੀਲ ਕੀਤੀ ਵੀ ਇਹਨੂੰ ਪਰਮਿਟ ਨਾ ਕੀਤਾ ਜਾਵੇ, ਪਰ ਇਹ ਲੋਕ ਇੰਟਰਫੇਅਰ ਕਰ ਰਹੇ ਆ ਵਨ ਵੇ ਔਰ ਦੀ ਅਦਰ ਇਨ ਦੀ ਸਿਸਟਮ ਆਲਸੋ। ਇਹ ਅਲਟੀਮੇਟਲੀ ਰਵਾਇਤ ਬਣ ਜਾਏਗੀ, ਕਨਵੈਨਸ਼ਨ ਹੋ ਜਾਏਗੀ ਉਹਨਾਂ ਦੀ। ਚਲੋ ਜੋ ਵੀ ਉਹਨਾਂ ਨੇ ਕੋਈ ਮਤਲਬ, ਅਸੀਂ ਕਿਉਂਕਿ ਮੈਰਿਟ ਤੇ ਗੱਲ ਹੀ ਨਹੀਂ ਕੀਤੀ। ਐਟ ਦਿਸ ਸਟੇਜ ਲਰਨਡ ਐਡਵੋਕੇਟ ਜਨਰਲ ਸਟੇਟਸ that he has instructions to say that state government is not going to execute the aforesaid non-bailable warrants in the FIR captioned above till Tuesday. ਪਤਾ ਇਹ ਸਾਡੀ ਮੈਗਨੈਨਿਮਿਟੀ ਹੈ ਇਹ ਕੰਸੈਸ਼ਨਸ ਦੀ ਵੀ ਚਲੋ ਠੀਕ ਹੈ ਅਸੀਂ ਨਹੀਂ ਕਰਦੇ ਈਵਨ ਦੈਨ ਗਿਵਨ ਦੀ ਸਟੇਟਮੈਂਟ ਆਫ ਦੀ ਲਰਨਡ ਐਡਵੋਕੇਟ ਜਨਰਲ। ਤੁਸੀਂ ਜਦੋਂ ਕੋਰਟ ਨੂੰ ਇਹ ਕਿਹਾ ਤਾਂ ਫਿਰ ਕੋਰਟ ਨੇ ਇਹ ਕਹਿਣਾ ਚਾਹ ਰਿਹਾ। ਹਾਂਜੀ ਦੇਖੋ, ਗਿਵਨ ਦੀ ਸਟੇਟਮੈਂਟ ਆਫ ਲਰਨਡ ਐਡਵੋਕੇਟ ਜਨਰਲ ਲੈਟ ਦੀ ਪ੍ਰੈਜ਼ੈਂਟ ਐਪਲੀਕੇਸ਼ਨ ਬੀ ਲਿਸਟਡ ਅਲੋਂਗ ਵਿਦ ਦੀ ਮੇਨ ਕੇਸ ਔਨ 10th of May, ਦ ਡੇਟ ਆਲਰੇਡੀ ਫਿਕਸਡ ਇਨ ਦੀ ਮੇਨ ਐਪਲੀਕੇਸ਼ਨ। ਮਤਲਬ ਸਾਡੀ ਸਟੇਟਮੈਂਟ ਤੇ ਕੋਰਟ ਨੇ ਫਿਰ ਕਹਿਤਾ ਐਂਡ ਨੋ ਕੋਰਸਿਵ ਸਟੈਪਸ ਵੀ ਟੇਕਨ ਅਗੇਂਸਟ ਦੀ ਪਟੀਸ਼ਨਰ टिल दी नेक्स्ट डेट। नेक्स्ट डेट आ गई ना, मतलब मंगलवार आ गया 11 बजे तक। सो मंगलवार तक ये आदि आर्ग्यू करन, मैरिट्स ते करन, इन्हां नूं पूरा राइट है, सानू पूरा राइट है अपोज करन दा। FIR ਦੇ ਵਿੱਚ ਜੋ ਕੰਟੈਂਟਸ ਹੈਗੇ ਅਸੀਂ ਉਹਨਾਂ ਦੇ ਐਡਵੋਕੇਟ ਵੱਲੋਂ ਇਹ ਕਿਹਾ ਗਿਆ, ਜਦੋਂ ਤੁਸੀਂ ਕਿਹਾ ਵੀ ਅੱਧੀ ਰਾਤ ਨੂੰ ਜੀ ਇਹ ਕੋਰਟ ਖਲਵਾਉਣ ਦਾ ਮਕਸਦ ਬਣਦਾ ਨਹੀਂ ਸੀ, ਇਹਨੂੰ ਪਰਮਿਟ ਨਾ ਕੀਤਾ ਜਾਵੇ। ਉਹਨਾਂ ਦੇ ਐਡਵੋਕੇਟ ਨੇ ਕਿਹਾ ਜੀ ਸਾਨੂੰ ਇਹ ਸ਼ੰਕਾ ਹੈ ਕਿ ਜਿਹੜਾ ਅਰੈਸਟ ਵਾਰੰਟ ਕੱਢਿਆ ਅੱਜ ਰਾਤ ਨੂੰ ਹੀ, ਯਾਨੀ ਕਿ ਕੱਲ ਰਾਤ ਨੂੰ ਹੀ ਮੋਹਾਲੀ ਪੰਜਾਬ ਪੁਲਿਸ ਅਰੈਸਟ ਕਰ ਸਕਦੀ ਸੀ। ਦੇਖੋ NBW ਦਾ ਤਾਂ ਪਰਪਸ NBW ਦੇ ਨਾਲ ਹੀ ਹੁੰਦਾ ਨਾ। ਬੜੇ NBWs ਕੋਰਟਸ ਕਰਨੀਆਂ ਬਾਈ ਦੀ ਐਪਲੀਕੇਸ਼ਨ ਆਫ ਦੀ ਜੁਡੀਸ਼ੀਅਲ ਮਾਈਂਡ। ਉਹਨਾਂ ਨੇ ਕੋਰਟ ਨੇ ਜਦੋਂ NBWs ਕੀਤਾ ਹੈ ਤਾਂ ਉਹਨੂੰ ਐਗਜ਼ੀਕਿਊਟ ਕਰਨਾ ਸਾਡਾ ਫਰਜ਼ ਹੈ। ਅਸੀਂ ਅਬਟੇਨ ਕੀਤੇ ਹੈ ਬਾਈ ਸਟੇਟਿੰਗ ਦੀ ਫੈਕਟਸ ਬਿਫੋਰ ਦੀ ਕੋਰਟ। ਤਾਂ ਉਹਦੇ 'ਚ ਸਟੇਟ ਚਾਹੇ ਹਰਿਆਣਾ ਲੈ ਲਓ ਚਾਹੇ ਪੰਜਾਬ ਲੈ ਲਓ, ਕਿੰਨੇ NBWs ਹੁੰਦੇ ਜਿਹੜੇ ਵੀ FIR ਦੇ ਅਕਿਊਜ਼ਡ ਹੈ। ਤਾਂ ਉਹ ਇਹ ਤਾਂ ਨਹੀਂ ਵੀ ਉਹ ਰਾਤ ਨੂੰ ਆ ਕੇ ਸਾਰੇ ਹੀ ਦਰਵਾਜ਼ਾ ਕੋਰਟ ਦਾ ਖੜਖੜਾਉਣ ਲੱਗ ਜਾਣ, ਤਾਂ ਇੱਕ ਇਟ ਵਿਲ ਬੀ ਏ ਮੌਕਰੀ ਆਫ ਦੀ ਸਿਸਟਮ। ਕਿੰਨੇ ਕੁ ਵਜੇ ਤੁਹਾਨੂੰ ਇਹ ਪਤਾ ਲੱਗਿਆ ਕਿ ਐਪਲੀਕੇਸ਼ਨ ਪੈ ਗਈ ਹੈ? ਮੈਨੂੰ ਤਕਰੀਬਨ 10 ਸਾਢੇ 10 ਆਈ ਥਿੰਕ 10:30 then I reached and court was also very comfortable, magnanimous by hearing us also and in a comfortable atmosphere. ਸਾਰੇ ਸਿੱਧੂ ਸਾਹਿਬ ਇੱਕ ਗੱਲ ਹੋਰ ਆ ਰਿਹਾ ਕਿ ਜਦੋਂ ਵੀ ਇਹ ਚੀਜ਼ਾਂ ਸ਼ੁਰੂ ਹੋਈਆਂ, ਹਰਿਆਣਾ ਪੁਲਿਸ ਦਾ ਰੋਲ, ਪੰਜਾਬ ਪੁਲਿਸ ਦਾ, ਦਿੱਲੀ ਪੁਲਿਸ, ਇਹ ਮਸਲਾ ਬੱਗੇ ਵਾਲਾ ਤੁਹਾਨੂੰ ਲੱਗਦਾ ਨਹੀਂ ਵੀ ਕਿਉਂਕਿ ਐਲੀਗੇਸ਼ਨ ਦਾ ਦੌਰ ਜਾਰੀ ਹੈ, ਕੋਰਟ ਵਿੱਚ ਵੀ ਕਹਿ ਲਓ ਬਾਹਰ ਵੀ ਕਹਿ ਲਓ, ਰਾਜਨੀਤੀ ਵੀ ਕਹਿ ਲਓ ਕਿ ਬਦਲਾਖੋਰੀ ਹੈ, ਪੰਜਾਬ ਸਰਕਾਰ ਦੇ ਐਲੀਗੇਸ਼ਨ ਲੱਗ ਰਹੇ ਨੇ, ਸਰਕਾਰ ਕਹਿੰਦੀ ਨਹੀਂ ਜੀ ਦਿੱਲੀ ਪੁਲਿਸ ਜਾਂ ਹਰਿਆਣਾ ਪੁਲਿਸ ਮਿਲ ਕੇ ਸਾਨੂੰ ਰੋਕ ਰਹੀ ਹੈ। ਨਹੀਂ ਇਹ ਜੀ ਕੋਈ ਗੱਲ ਨਹੀਂ। ਕੰਪਲੇਨੈਂਟ ਨੇ ਇੱਕ ਐਲੀਗੇਸ਼ਨਸ ਦਿੱਤੀ ਹੈ, FIR ਉਹਦੇ ਬੇਸ ਤੇ ਹੋਈ ਹੈ। ਐਲੀਗੇਸ਼ਨ ਬੜੀਆਂ ਸੀਰੀਅਸ ਹੈ, ਸੂਬੇ ਦੇ ਵਿੱਚ ਬਦਅਮੀ ਵੀ ਫੈਲ ਸਕਦੀ ਹੈ ਜਿਸ ਤਰੀਕੇ ਦੀਆਂ ਸਟੇਟਮੈਂਟਾਂ ਦਿੱਤੀਆਂ ਗਈਆਂ। ਤੇ ਉਹ ਕੁਐਸਚਨ ਤੇ ਬੜੀ ਡਿਟੇਲ 'ਚ ਆਰਗੂਮੈਂਟ ਹੋਈ ਸੀ ਐਂਡ ਸਟੇ ਵਾਜ਼ ਨਾਟ ਗ੍ਰਾਂਟਡ ਫॉर दैट, although it has been posted for 10th by filing the reply or response by the state। ਤਾਂ ਕੋਈ ਇਹਦੇ 'ਚ ਪੋਲੀਟੀਕਲ ਵੈਂਡੇਟਾ ਨਹੀਂ, ਕੋਈ ਇਹੋ ਜਿਹੀ ਕੋਈ ਗੱਲ ਨਹੀਂ। ਰਾਦਰ ਵੈਂਡੇਟਾ ਇਜ਼ ਔਨ ਦੀ ਅਦਰ ਸਾਈਡ। ਦੇਖੋ ਟੀਮ ਜਾ ਰਹੀ ਹੈ, ਟੀਮ ਪ੍ਰੋਪਰ ਇੰਟੀਮੇਸ਼ਨ ਦੇ ਰਹੀ ਹੈ ਪੁਲਿਸ ਸਟੇਸ਼ਨ। ਸਾਡੇ ਬੰਦੇ ਉੱਥੇ ਇੰਟੀਮੇਸ਼ਨ ਲਈ ਬੈਠੇ ਅੰਡਰ ਦੀ ਟੀਮ ਆਫ ਦੀ DSP, ਸਾਡੇ ਐਡਵੋਕੇਟਸ ਵੀ ਉੱਥੇ ਪਹੁੰਚ ਗਏ। ਦੂਸਰੇ ਪਾਸੇ 11:30 ਵਜੇ ਵਨ ਵੇ ਔਰ ਦੀ ਉਦੋਂ ਤੱਕ ਕੋਈ ਕਿਡਨੈਪਿੰਗ ਦੀ FIR ਨਹੀਂ ਹੋਈ। 11:30 ਵਜੇ ਇੰਟਰਸੈਪਟ ਕੀਤਾ ਜਾ ਰਿਹਾ ਜੋ ਅਸੀਂ ਅਕਿਊਜ਼ਡ ਨੂੰ ਲੈ ਕੇ ਆ ਰਹੇ ਹਾਂ। ਤੇਰਾ ਮਤਲਬ ਇੰਟੀਮੇਸ਼ਨ ਉਹਨਾਂ ਕੋਲ ਪਹਿਲੇ ਸਾਰੀ ਜਾ ਚੁੱਕੀ ਸੀ, ਡਿਸਪਾਈਟ ਦੈਟ ਉਹ ਕਿਡਨੈਪਿੰਗ ਦੀ ਗੱਲ ਕਰਦੇ ਆ। ਕਿਡਨੈਪਿੰਗ ਤੋਂ ਬਾਅਦ ਸਰਚ ਵਾਰੰਟਸ ਦੇ ਵਿੱਚ FIR ਮੈਂਸ਼ਨ ਕਰਦੇ ਆ। ਇਹਦਾ ਮਤਲਬ FIR ਦਾ ਜਿਹੜਾ ਟਾਈਮ 12:35 ਔਰ 12:40 ਹੈ, ਉਦੋਂ ਬਾਅਦ ਸਰਚ ਵਾਰੰਟ ਅਬਟੇਨ ਕੀਤੇ ਗਏ। ਫੈਕਟਮ ਕੰਸੀਲ ਕੀਤਾ ਗਿਆ ਕਿ ਜੀ ਅਸੀਂ ਤਾਂ ਪਹਿਲੇ ਹੀ ਇੰਟਰਸੈਪਟ ਕਰ ਚੁੱਕੇ ਹਾਂ ਉਹਨਾਂ ਨੂੰ। ਤਾਂ ਵੇਅਰ ਇਜ਼ ਦੀ ਕਿਡਨੈਪਿੰਗ? ਇਟ ਵਾਜ਼ ਨੋਨ ਟੂ ਦੈਮ। ਅਤੇ ਉੱਥੋਂ ਸਾਡੇ ਤੋਂ ਸਨੈਚ ਕਰਕੇ ਲਿਜਾ ਰਹੇ। ਸਾਡਾ ਮਤਲਬ ਸਟੇਟ ਆਫ ਪੰਜਾਬ ਦਾ FIR ਦਾ ਇੱਕ ਅਕਿਊਜ਼ਡ ਡਿਊਲੀ ਬਾਈ ਦੀ ਅਰੈਸਟਡ ਮੀਮੋ ਹੈਜ਼ ਬੀਨ ਅਰੈਸਟਡ ਅੰਡਰ ਆਰ ਕਸਟਡੀ। The question can be raised, everyone has a right to raise the question with regard to the procedure of the arrest।
ਉਹ ਤਾਂ ਕੋਰਟ ਨੇ ਦੇਖਣਾ ਨਾ ਅਲਟੀਮੇਟਲੀ, ਬਟ ਵੀ ਆਰ ਟੂ ਪ੍ਰੋਡਿਊਸ ਹਿਮ ਅੰਡਰ ਸੈਕਸ਼ਨ 57 ਆਫ ਦੀ CRPC ਬਿਫੋਰ ਦੀ ਕੰਪੀਟੈਂਟ ਕੋਰਟ ਵਿਦਿਨ 24 ਆਵਰਸ ਉੱਥੇ ਆਪਦਾ ਕੰਟੈਸਟ ਕਰਦੇ। ਇਹ ਤਾਂ ਨਾ ਫੜ ਕੇ ਲੈ ਜਾਓ ਸਿਸਟਮ ਨੂੰ, ਸਿਸਟਮ ਕਿਵੇਂ ਚੱਲੇਗਾ? ਕੰਟਰੀ ਇਟਸੈਲਫ ਵਿਲ ਬੀ ਐਟ ਪਲ। 2 ਐਪਲੀਕੇਸ਼ਨਾਂ ਪਾਈਆਂ ਗਈਆਂ ਪੰਜਾਬ ਸਰਕਾਰ ਵੱਲੋਂ ਕੱਲ ਹਾਈ ਕੋਰਟ ਵਿੱਚ ਕਿ ਦਿੱਲੀ ਪੁਲਿਸ ਨੂੰ, ਦਿੱਲੀ ਪ੍ਰਸ਼ਾਸਨ ਨੂੰ ਪਾਰਟੀ ਬਣਾਇਆ ਜਾਏ ਸੈਂਟਰ ਗਵਰਨਮੈਂਟ ਨੂੰ, ਤੇ CCTV ਫੁਟੇਜ ਤੁਸੀਂ ਕਿਹਾ ਕਿ ਸੇਵ ਕੀਤੀ ਜਾਵੇ। ਹਾਂਜੀ ਹਾਂਜੀ, ਪੁਲਿਸ ਸਟੇਸ਼ਨ ਜਿਹੜੇ ਕੰਸਰਨਡ ਪੁਲਿਸ ਸਟੇਸ਼ਨ ਸੀ, ਵੈਦਰ ਇਟ ਇਜ਼ ਜਨਕਪੁਰੀ, ਵੈਦਰ ਇਟ ਇਜ਼ ਥਾਣੇ ਸਰ, ਜਿੱਥੇ ਵੀ ਉਹਨਾਂ ਨੂੰ ਪ੍ਰੀਜ਼ਰਵ ਕੀਤਾ। ਸਾਡੇ ਕੋਲ ਖੁਦ ਵੀ ਰਿਕਾਰਡ ਹੈ ਸਾਰਾ, ਸੋ ਐਵਰੀ ਵੀਡੀਓ ਐਵਰੀਥਿੰਗ ਹੈਜ਼ ਬੀਨ ਡਿਊਲੀ ਵੀਡੀਓਗ੍ਰਾਫ। ਨਹੀਂ, ਉਹ CCTV ਤੁਸੀਂ ਕਿਉਂ ਪ੍ਰੀਜ਼ਰਵ ਕਰਨਾ? ਕੀ ਉਹਦੇ ਵਿੱਚ ਤੁਹਾਨੂੰ ਸ਼ੰਕੇ? ਦੱਸਣਾ ਚਾਹੁੰਦੇ ਹਾਂ ਕਿ ਸਾਡੇ DSP ਉੱਥੇ ਬੈਠੇ ਆ ਇੰਟੀਮੇਸ਼ਨ ਦੇ ਲਈ, ਅਸੀਂ ਉਹਦੇ ਦੱਸਣਾ ਚਾਹੁੰਦੇ ਹਾਂ ਵੀ ਉਹਨਾਂ ਨੂੰ ਡਿਟੇਨ ਕੀਤਾ ਗਿਆ ਟਿਲ ਦੀ ਈਵਨਿੰਗ, ਲੇਟ ਈਵਨਿੰਗ ਜਾ ਕੇ ਛੱਡਿਆ ਗਿਆ ਜਦੋਂ ਅਸੀਂ ਹੈਬੀਅਸ ਕਾਰਪਸ ਪਾਈ। ਈਵਨ ਇਨ ਦੀ ਹੈਬੀਅਸ ਕਾਰਪਸ ਆਲਸੋ ਐਟ 3:20 ਦੇ ਆਰ ਸੇਇੰਗ ਕਿ ਵੀ ਹੈਵ ਰਿਲੀਜ਼ them। ਉਹਨਾਂ ਨੂੰ ਕੋਈ ਰਿਲੀਜ਼ ਨਹੀਂ ਕੀਤਾ ਸੀ, ਦੇ ਵਰ ਅੰਡਰ ਦੀ ਇਲੀਗਲ ਡਿਟੈਂਸ਼ਨ। ਉਦੋਂ ਪਹਿਲੇ ਸਨੈਚ ਕਰਕੇ ਲੈ ਗਏ। ਪਰ ਐਫੀਡੇਵਿਟ ਦਿੱਤਾ ਪੰਜਾਬ ਹਰਿਆਣਾ ਸਰਕਾਰ ਨੇ ਤੇ ਦਿੱਲੀ ਨੇ ਕਿ ਸਾਡੇ ਅਸੀਂ ਰਿਟੇਨ ਨਹੀਂ ਕੀਤਾ। ਹਾਂ, ਇਹ ਕਹਿ ਰਹੇ, ਪਰ ਸਾਡੇ ਕੋਲ ਵੀਡੀਓ ਐਸੇ ਕਰਕੇ ਤਾਂ ਹੈ, ਇਹੀ ਤਾਂ ਚੀਜ਼ ਕਹਿ ਰਹੇ ਵੀ ਇਟ ਵਾਜ਼ ਆਰ ਆਫਿਸਰਸ ਆਰ ਆਲਸੋ ਕੈਪਟ ਇਨ ਡਿਟੈਂਸ਼ਨ। The accused has been snatched from us. The procedure has been violated, which is a threat to the criminal jurisprudence itself. ਮੰਗਲਵਾਰ ਦਾ ਦਿਨ ਬੜਾ ਅਹਿਮ ਹੋ ਗਿਆ ਹੁਣ, ਜੇ ਪੂਰੀ ਸੁਣਵਾਈ ਦੀ ਕਲੱਬ ਵੀ ਹੋ ਗਿਆ। ਇਹ ਐਪਲੀਕੇਸ਼ਨ ਦੀ ਗੱਲ ਕਰੀਏ, ਕਿੰਨਾ ਕੁ ਇੰਪੋਰਟੈਂਟ ਉਸ ਦਿਨ ਕੀ ਰਹਿਣੇ ਵਾਲਾ? ਇੰਪੋਰਟੈਂਟ ਤਾਂ ਇੱਕ ਅਕਿਊਜ਼ ਦੇ ਲਈ ਇੱਕ ਅਕਿਊਜ਼ਡ ਹੈ, ਇਟ ਇਜ਼ ਬਿਫੋਰ ਦੀ ਕੋਰਟ ਆਫ ਲਾ। ਕੋਰਟ ਆਫ ਲਾ ਨੇ ਦੇਖਣਾ ਜੋ ਵੀ ਹੈ। ਅਸੀਂ ਵੀ ਆਪਦੀ ਆਰਗੂਮੈਂਟ ਕਰਾਂਗੇ ਤੇ ਉਹਨਾਂ ਨੂੰ ਵੀ ਆਪਦਾ ਰਾਈਟ ਹੈ ਆਰਗੂਮੈਂਟ ਕਰਨ ਦਾ। ਕੋਈ ਐਡਾ ਵੱਡਾ, ਇਟ ਇਜ਼ ਨਾਟ ਏ ਬਿਗ, ਮਤਲਬ ਜਿਹਨੂੰ ਆਪਾਂ ਕਹੀਏ ਵੀ ਇਹ ਬਹੁਤ ਇੰਪੋਰਟੈਂਟ ਦਿਨ ਹੈ, ਬੜੀਆਂ ਪਟੀਸ਼ਨਸ ਲੱਗਦੀਆਂ, ਸੋ ਹੀ ਵਿਲ ਬੀ ਸਿਮਿਲਰਲੀ ਟ੍ਰੀਟਡ ਬਾਈ ਦੀ ਆਨਰੇਬਲ ਕੋਰਟ ਇਟਸੈਲਫ। ਬਹੁਤ ਬਹੁਤ ਸ਼ੁਕਰੀਆ।